ਕੱਲ ਜਿੱਥੇ ਪ੍ਰਕਰਨ ਖਤਮ ਹੋਇਆ ਸੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਦੇ ਮੇਲੇ 'ਤੇ ਸ੍ਰੀ ਸਤਿਗੁਰੂ ਜੀ ਦੇ ਦਰਸ਼ਨ ਦੇਣ ਦਾ ਪ੍ਰਸੰਗ ਚੱਲ ਰਿਹਾ ਸੀ। ਇਹ ਦੀਵਾਲੀ 1867 ਈਸਵੀ ਦੀ ਸੀ ਔਰ 26 ਅਕਤੂਬਰ 1867 ਨੂੰ ਉਸ ਸਾਲ ਦੀਵਾਲੀ ਦਾ ਇਹ ਪੁਰਬ ਸੀ। ਅੰਮ੍ਰਿਤਸਰ ਦੀ ਦੀਵਾਲੀ ਦੀ ਇੱਕ ਆਪਣੀ ਹੀ ਵਿਲੱਖਣਤਾ ਹੈ। ਪੰਜਾਬੀਆਂ ਦਾ ਇੱਕ ਬੜਾ ਪ੍ਰਚਲਿਤ ਅਖਾਣ ਹੈ, ਰੋਟੀ ਆਪਣੇ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਦੂਰ ਦੂਰ ਤੋਂ ਲੋਕ ਆਉਂਦੇ, ਵਣਜ ਵਪਾਰ ਵੀ ਹੁੰਦਾ। ਗੁਰੂ ਰਾਮਦਾਸ ਪਾਤਸ਼ਾਹ ਦੀ ਵਸਾਈ ਇਹ ਨਗਰੀ, ਜਿੱਥੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਗੁਰਬਾਣੀ ਦੇ ਬੋਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਸੰਪਾਦਨ ਕਾਰਜ ਭਾਈ ਗੁਰਦਾਸ ਜੀ ਦੁਆਰਾ ਕਰਵਾਇਆ, ਜਿੱਥੇ ਅਕਾਲ ਤਖਤ ਸਾਜ ਕੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਛੇਵੇਂ ਪਾਤਸ਼ਾਹ ਨੇ ਪੰਜਾਬ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦੇਣ ਦਾ ਉਪਰਾਲਾ ਕੀਤਾ। ਉਹ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਦੇ ਐਨ ਸਾਹਮਣੇ ਇੱਥੇ ਹੀ ਵਿਦਮਾਨ ਸੀ। ਇਸ ਲਈ ਸ੍ਰੀ ਸਤਿਗੁਰੂ ਜੀ ਇਸ ਦੀਵਾਲੀ ਦੇ ਪੁਰਬ 'ਤੇ ਜਾਣ ਤੋਂ ਪਹਿਲਾਂ ਮਾਰਚ 1867 ਈਸਵੀ ਵਿੱਚ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਪੁਰਬ ਬੜੀ ਧੂਮ-ਧਾਮ ਅਤੇ ਸ਼ਾਨੋ ਸ਼ੌਕਤ ਦੇ ਨਾਲ ਮਨਾ ਚੁੱਕੇ ਸਨ। ਇਸ ਸਮੇਂ ਦੋ ਧਾਰਾਵਾਂ ਚੱਲ ਰਹੀਆਂ ਨੇ, ਇੱਕ ਦੂਜੀ ਦੇ ਸਮਾਨਾਂਤਰ, ਪੈਰਲਲ। ਇੱਕ ਧਾਰਾ ਸਵਦੇਸ਼ੀ ਦੀ, ਜਾਗਰਣ ਦੀ, ਸਤਿਗੁਰੂ ਰਾਮ ਸਿੰਘ ਜੀ ਦੀ ਅਗਵਾਈ ਦੇ ਤਹਿਤ, ਜਿਸ ਵੱਡੇ ਕਾਰਜ ਲਈ ਉਹਨਾਂ ਨੇ ਸੂਬੇ ਥਾਪੇ ਨੇ ਕੁਝ ਚਿਰ ਪਹਿਲਾਂ, 22 ਸੂਬੇ, ਔਰ ਉਹ ਸਾਰੇ ਪੰਜਾਬ ਵਿੱਚ ਪ੍ਰਚਾਰ ਕਰ ਰਹੇ ਨੇ। ਅੰਗਰੇਜ਼ੀ ਮਾਲ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਅੰਗਰੇਜ਼ਾਂ ਦੀਆਂ ਸੰਸਥਾਵਾਂ, ਉਹਨਾਂ ਦੀਆਂ ਕਚਹਿਰੀਆਂ, ਉਹਨਾਂ ਦੇ ਸਕੂਲ, ਉਹਨਾਂ ਦੇ ਹਸਪਤਾਲ, ਉਹਨਾਂ ਦੇ ਹੋਰ ਅਦਾਰੇ, ਇਹਨਾਂ ਦੇ ਮੁਕਾਬਲੇ 'ਤੇ ਆਪਣੇ ਅਦਾਰੇ ਸਿਰਜੇ ਜਾ ਰਹੇ ਨੇ ਔਰ ਆਪਣੀ ਸੰਗਤ ਆਪਣੇ ਢੰਗ ਨਾਲ ਡਾਕ ਦਾ ਪ੍ਰਬੰਧ ਵੀ ਆਪਣਾ ਹੈ। ਸਾਹਿਬ ਸਿੰਘ ਡਾਕ ਪ੍ਰਬੰਧ ਦੇ ਮੁਖੀ ਸਨ। ਚੱਕਰਵਰਤੀ ਜੀ ਲਿਖਦੇ ਨੇ, ਮੰਨਦਾ ਸਾਹਿਬ ਸਿੰਘ ਦਾ ਲੋਹਾ ਸੀ ਅੰਗਰੇਜ਼, ਪਹਿਲੋਂ ਦਿੰਦਾ ਡਾਕ ਉਹ ਉਹਨਾਂ ਤੋਂ ਸੀ ਭੇਜ। ਕੂਕਿਆਂ ਦੀ ਡਾਕ ਬਾਰੇ ਮਸ਼ਹੂਰ ਹੈ ਕਿ ਪੰਜਾਬ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ, ਪੰਜਾਬ ਵੀ ਆ ਅੱਜ ਵਾਲਾ 2.5 ਕੁ ਜ਼ਿਲ੍ਹਿਆਂ ਦਾ ਪੰਜਾਬ ਨਹੀਂ, ਉਹ ਪੰਜਾਬ ਜਿਹੜਾ ਅਟਕ ਤੋਂ ਲੈ ਕੇ ਜਮਨਾ ਦਰਿਆ ਦੇ ਵਿਚਾਲੇ ਦਾ ਇਲਾਕਾ ਸੀ, ਉਹਦੇ ਵਿੱਚ ਉਹਨਾਂ ਦੀ ਡਾਕ 8 ਪੈਰਾਂ 'ਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਅੱਪੜ ਜਾਂਦੀ ਸੀ। ਇਸ ਤਰ੍ਹਾਂ ਦਾ ਪ੍ਰਬੰਧ ਉਹਨਾਂ ਨੇ ਕੀਤਾ ਸੀ। ਇਸ ਲਈ ਸਤਿਗੁਰੂ ਜੀ ਅਧਿਆਤਮਕ ਮੁਖੀ ਸਨ ਉਸ ਵੇਲੇ, ਨਾਮਧਾਰੀ ਸੰਤ ਖਾਲਸੇ ਦੇ, ਔਰ ਅੰਗਰੇਜ਼ ਸਰਕਾਰ ਇਹ ਸਾਰਾ ਕੁਝ ਵੇਖ ਰਹੀ ਸੀ, ਸਮਝ ਰਹੀ ਸੀ। ਉਹ ਆਪਣੇ ਤਰੀਕੇ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਮਿਲ ਕੇ ਚੱਲਣ ਵਾਲੇ ਧਾਰਮਿਕ ਅਦਾਰੇ ਸਨ, ਉਹਨਾਂ ਨੂੰ ਇਸ ਤਰ੍ਹਾਂ ਵਰਤ ਰਹੇ ਸਨ ਕਿ ਉਹ ਸਤਿਗੁਰੂ ਜੀ ਦੇ ਖਿਲਾਫ ਔਰ ਕੂਕਿਆਂ ਦੇ ਖਿਲਾਫ ਫਤਵੇ ਦੇਣ, ਇਹ ਪ੍ਰਚਾਰ ਕਰਨ ਕਿ ਇਹ ਤਾਂ ਕੋਈ ਅਨਮਤੀ ਨੇ, ਇਹ ਸਿੱਖਾਂ ਦੇ ਵਿੱਚੋਂ ਨਹੀਂ। ਅੰਮ੍ਰਿਤਸਰ ਦੀ ਦੀਵਾਲੀ ਦਾ ਵੈਸੇ ਤਾਂ ਇਹ ਇਸ ਤੋਂ ਪਹਿਲਾਂ 5 ਸਾਲ 1862 ਈਸਵੀ ਵਿੱਚ ਸਤਿਗੁਰੂ ਜੀ ਜਦੋਂ ਦੀਵਾਲੀ ਦੇ ਸਮੇਂ ਅੰਮ੍ਰਿਤਸਰ ਗਏ ਨੇ, ਉਦੋਂ ਵੀ ਇਹ ਝੇੜਾ ਹੋਇਆ ਪੁਜਾਰੀਆਂ ਨਾਲ। ਪੁਜਾਰੀ ਕੌਣ ਸਨ? ਸਰਬਰਾਹ ਅੰਮ੍ਰਿਤਸਰ ਦਾ ਜਿਹੜਾ ਗੁਰਦੁਆਰਿਆਂ ਸਾਹਿਬਾਨ ਦਾ, ਹਰਿਮੰਦਰ ਸਾਹਿਬ ਦਾ, ਸਮੁੱਚੇ ਜਿੰਨੇ ਵੀ ਹੋਰ ਇਹ ਸਿੱਖ ਸੰਸਥਾਵਾਂ ਸੀ, ਉਹਨਾਂ ਦਾ ਪ੍ਰਬੰਧ ਇੱਕ ਸਰਬਰਾਹ ਦੇ ਜੁੰਮੇ ਸੀ। ਸਰਬਰਾਹ ਨੂੰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕਰਦਾ ਸੀ ਅਤੇ ਅੱਗੋਂ ਪੁਜਾਰੀ ਵੀ ਉਹਨਾਂ ਦੇ ਥਾਪੇ ਹੋਏ ਹੁੰਦੇ ਸਨ। ਉਹ ਉਹਨਾਂ ਦਾ ਵਿਰੋਧ ਨਹੀਂ ਕਰ ਸਕਦੇ ਸਨ। ਇਸ ਵਾਸਤੇ ਇਸ 1867 ਈਸਵੀ ਦੀ ਦੀਵਾਲੀ 'ਤੇ ਜਿਹੜੀਆਂ ਇਹ ਦੋ ਮਰਿਆਦਾਵਾਂ ਨੇ, ਇਹਨਾਂ ਦੋਵਾਂ ਮਰਿਆਦਾਵਾਂ ਦਾ ਅਸੀਂ ਟਕਰਾਅ ਵੀ ਵੇਖਦੇ ਹਾਂ। ਔਰ ਸਤਿਗੁਰੂ ਜੀ ਦਾ ਉੱਥੇ ਜਾਣ ਦਾ ਮਕਸਦ ਵੀ ਇਹ ਸੀ ਕਿ ਜਿਹੜੀ ਨਾਮਧਾਰੀ ਪੰਥ ਦੀ ਮਰਿਆਦਾ ਉਹਨਾਂ ਨੇ ਸ਼ੁਰੂ ਕੀਤੀ, ਜਿਹੜੀ ਮਦੀਰ ਪਿੰਡ ਦੇ ਭਾਈ ਰਾਏ ਸਿੰਘ ਹੋਰਾਂ ਨੂੰ ਹਜ਼ੂਰ ਸਾਹਿਬ ਭੇਜ ਕੇ 10ਮ ਪਾਤਸ਼ਾਹ ਦੇ ਵੇਲੇ ਤੋਂ ਸਿੱਖ ਜਗਤ ਵਿੱਚ
ਜੋ ਪ੍ਰਵਾਨਿਤ ਮਰਿਆਦਾ ਸੀ ਸਤਿਗੁਰੂ ਜੀ ਨੇ ਉਹ ਆਪਣੀਆਂ ਧਾਰਮਿਕ ਰਹੁ ਰੀਤਾਂ ਲਾਗੂ ਕੀਤੀਆਂ, ਪਰ ਉਸ ਤਬਕੇ ਨੂੰ ਇਹ ਸਾਰਾ ਕੁਝ ਅੱਛਾ ਨਹੀਂ ਸੀ ਲੱਗ ਰਿਹਾ। ਔਰ ਉਹਨਾਂ ਦੇ ਜਿਹੜੇ ਮਾਲਕ ਸਨ, ਉਹਨਾਂ ਦੇ ਜਿਹੜੇ ਆਕਾ ਸਨ, ਉਹ ਅੰਗਰੇਜ਼ ਸਰਕਾਰ ਇਹ ਚਾਹੁੰਦੀ ਨਹੀਂ ਸੀ ਕਿ ਦਿਨੋਂ ਦਿਨ ਜਿਹੜਾ ਇਹ ਪੰਥਕ ਅਰੂਜ, ਪੰਥਕ ਪ੍ਰਚਾਰ, ਪੰਥਕ ਜਲਾਓ ਸਤਿਗੁਰੂ ਜੀ ਦਾ ਸਿਖਰਾਂ ਨੂੰ ਜਾ ਰਿਹਾ ਹੈ, ਇਹਦੇ 'ਚ ਕਿਸੇ ਤਰ੍ਹਾਂ ਕੱਟ ਮਾਰਿਆ ਜਾਵੇ, ਇਹਨੂੰ ਰੋਕ ਲਾਈ ਜਾਵੇ। ਇਹਦੇ ਵਾਸਤੇ ਉਹ ਤਰ੍ਹਾਂ ਤਰ੍ਹਾਂ ਦੇ ਸ਼ੋਸ਼ੇ ਆਪਣੇ ਵੱਲੋਂ ਛੱਡਦੇ ਸਨ। ਇਹ ਵੀ ਕਿਹਾ ਗਿਆ ਕਿ ਇੱਥੋਂ ਇੱਕ ਉਹਨਾਂ ਨੇ ਆਪਣਾ ਹੁਕਮਨਾਮਾ ਜਾਰੀ ਕੀਤਾ ਕੂਕਿਆਂ ਦੇ ਖਿਲਾਫ। ਇੱਥੋਂ ਅੰਮ੍ਰਿਤਸਰੋਂ ਜਿਹੜਾ ਦਮਦਮੇ ਸਾਹਿਬ ਭੇਜਿਆ, ਮੁਕਤਸਰ ਸਾਹਿਬ ਭੇਜਿਆ ਔਰ ਹਜੂਰ ਸਾਹਿਬ ਤੱਕ ਵੀ ਭੇਜਿਆ। ਹੋਇਆ ਇੰਝ ਕਿ ਜਿਹੜਾ ਹਜੂਰ ਸਾਹਿਬ ਹੁਕਮਨਾਮਾ ਜਿਸ ਸਿੱਖ ਦੇ ਹੱਥੋਂ ਨਾ ਸੌਂਪਿਆ ਵੀ ਤੂੰ ਉੱਥੇ ਦੇ ਕੇ ਆ, ਉਹ ਗੁਰੂ ਦੇ ਖੌਫ ਵਾਲਾ ਸੀ ਔਰ ਉਹ ਭੈਣੀ ਸਾਹਿਬ ਆ ਗਿਆ ਸਤਿਗੁਰੂ ਜੀ ਦੇ ਕੋਲ, ਕਹਿਣ ਲੱਗਾ ਜੀ ਆਹ ਹੁਕਮਨਾਮਾ ਉਹਨਾਂ ਨੇ ਪੁਜਾਰੀਆਂ ਨੇ ਲਿਖ ਕੇ ਦਿੱਤਾ ਹੈ ਅਤੇ ਇਹ ਮੈਂ ਤਾਂ ਤੁਹਾਡੇ ਕੋਲ ਲੈ ਆਇਆ, ਮੇਰੀ ਤੱਕ ਨਹੀਂ ਪਈ ਕਿ ਮੈਂ ਇਸ ਤਰ੍ਹਾਂ ਦਾ ਜਿਹੜਾ ਕੁਫਰ ਹੈ ਇਹ ਤੋਲਾਂ। ਉਹ ਕਹਿੰਦੇ ਕੀ ਸਨ ਕਿ ਕੂਕੇ ਮੁਸਲਮਾਨੀ ਕਲਾਮ ਦਿੰਦੇ ਨੇ, ਕਿ ਜਿਹੜਾ ਇਹ ਕੰਨ ਵਿੱਚ ਗੁਰਮੰਤਰ ਦੱਸਦੇ ਨੇ ਇਹਨੂੰ ਉਹ ਮੁਸਲਮਾਨੀ ਕਲਾਮ ਆਖਦੇ ਸੀ। ਇਹਦਾ ਖੰਡਨ ਗਿਆਨੀ ਗਿਆਨ ਸਿੰਘ ਜੀ ਨੇ ਕੀਤਾ ਹੈ ਆਪਣੇ 28 ਕਵਿਤਾਂ ਵਿੱਚ। ਉਹ ਕਹਿੰਦੇ ਨੇ ਕਉ ਜੋ ਕਹਿਤ ਥੇ ਕਲਾਮ ਦੇਤ ਮੁਸਲਮਾਨੀ, ਸੋਈ ਸਭ ਕੂਰ ਹਮ ਪੇਖਿਓ ਅਜਮਾਏ ਕਹਿ, ਕਿ ਮੈਂ ਅਜਮਾ ਕੇ ਵੇਖਿਆ ਹੈ, ਮੈਂ ਇਹ ਗੁਰਮੰਤਰ ਲਿਆ ਹੈ। ਔਰ ਜਿਹੜੀ 1867 ਈਸਵੀ ਦੀ ਦਿਵਾਲੀ 'ਤੇ ਸਤਿਗੁਰੂ ਜੀ ਭੈਣੀ ਸਾਹਿਬੋਂ ਚੱਲਣ ਲਈ ਪਹਿਲਾਂ ਸੂਬਾ ਸਾਹਿਬ ਸਿੰਘ, ਸੂਬਾ ਕਾਹਨ ਸਿੰਘ ਸਰਕਾਰ ਤੋਂ ਇਜਾਜ਼ਤ ਲਈ ਲਾਹੌਰ ਜਾਂਦੇ ਨੇ। ਇਜਾਜ਼ਤ ਨਾ ਮਿਲਣ 'ਤੇ ਸਤਿਗੁਰੂ ਜੀ ਕਹਿ ਦਿੰਦੇ ਨੇ ਠੀਕ ਹੈ ਹੁਣ ਬਿਨਾਂ ਇਜਾਜ਼ਤ ਤੋਂ ਵੀ ਜਾਇਆ ਜਾਏਗਾ। ਮਜਬੂਰ ਹੋ ਕੇ ਸਰਕਾਰ ਆਪਣੀ ਕਿਰਕਰੀ ਬਚਾਉਣ ਵਾਸਤੇ ਫਿਰ ਉਹ ਪਰਵਾਨਾ ਵੀ ਭੇਜ ਦਿੰਦੀ ਹੈ ਕਿ ਤੁਸੀਂ ਆ ਸਕਦੇ ਹੋ। ਤਾਂ ਗਿਆਨੀ ਜੀ ਫਲੌਰ ਦੇ ਪੱਤਣ ਤੋਂ ਜਦੋਂ ਸਤਿਗੁਰੂ ਜੀ ਲੰਘਣ ਲੱਗੇ ਨੇ ਉਦੋਂ ਰਲੇ ਨੇ ਗਿਆਨੀ ਗਿਆਨ ਸਿੰਘ, ਜਿਨ੍ਹਾਂ ਦਾ ਪਿੰਡ ਲੌਂਗੋਵਾਲ ਸੀ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ, ਹੋਰ ਬਹੁਤ ਸਾਰੇ ਗ੍ਰੰਥ ਲਿਖੇ। ਉਹ 21 ਦਿਨ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਰਹੇ ਔਰ ਨਾਨਕ ਪ੍ਰਕਾਸ਼ ਜਿਹੜਾ ਭਾਈ ਸੰਤੋਖ ਸਿੰਘ ਹੋਰਾਂ ਦਾ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦਾ ਪਹਿਲਾ ਹਿੱਸਾ, ਪਹਿਲੇ ਸਤਿਗੁਰੂ ਜੀ ਦੇ ਜੀਵਨ ਚਰਿੱਤਰ ਬਾਰੇ 21 ਦਿਨ ਉਹਦੀ ਕਥਾ ਉਹਨਾਂ ਨੇ ਹਜ਼ੂਰੀ ਵਿੱਚ ਕੀਤੀ ਗਿਆਨੀ ਜੀ ਨੇ। ਉਹ ਕਹਿੰਦੇ ਨੇ ਕਿ ਇਹ ਸਭ ਝੂਠਾ ਕੁਫਰ ਤੂਫਾਨ ਹੈ ਕਿ ਜਿਹੜਾ ਮੁਸਲਮਾਨੀ ਕਲਾਮ ਆਖਿਆ ਜਾਂਦਾ ਹੈ। ਇਸੇ ਲਈ ਸਤਿਗੁਰੂ ਰਾਮ ਸਿੰਘ ਜੀ ਬਾਅਦ ਵਿੱਚ ਰੰਗੂਨ ਤੋਂ ਲਿਖੇ ਹੁਕਮਨਾਮਿਆਂ 'ਚ ਵਾਰ-ਵਾਰ ਇਹ ਗੱਲ ਉਹਨਾਂ ਨੂੰ ਕਹਿੰਦੇ ਨੇ ਕਿ ਸੱਜਣੋ ਤੁਸੀਂ ਜਿਹੜੇ ਗੁਰੂ ਦੇ ਪਵਿੱਤਰ ਨਾਂ ਨੂੰ ਕਲਾਮ ਦੱਸਦੇ ਹੋ, ਇਹਦੇ ਤੁਸੀਂ ਸਾਡੇ ਦੇਣਦਾਰ ਹੋ, ਇਹ ਤੁਹਾਨੂੰ ਲੇਖਾ ਦੇਣਾ ਪਵੇਗਾ। ਖੈਰ ਸਤਿਗੁਰੂ ਜੀ ਉੱਥੇ ਪਹੁੰਚਦੇ ਨੇ, ਸਮੰਦੂ ਦਾ ਇੱਕ ਤਲਾਅ ਹੈ, ਤਰਨਤਾਰਨ ਵੱਲੋਂ ਜਾਂਦੇ ਨੇ ਤਾਂ ਉਸ ਤਲਾਅ ਦੇ ਉੱਤੇ ਉਤਾਰਾ ਕੀਤਾ ਜਾਂਦਾ ਹੈ। ਇਹ ਸਮੰਦੂ ਕਸ਼ਮੀਰੀ ਮੁਸਲਮਾਨ ਸੀ ਔਰ ਖੁਦਾ ਦੇ ਖੌਫ ਵਾਲਾ ਸੀ। ਇਹ ਪ੍ਰਸਿੱਧ ਇਸ ਕਰਕੇ ਵੀ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਹੁਣ ਰਾਜਾ ਸੀ ਔਰ ਰਾਜਿਆਂ ਦੇ ਆਪਣੇ ਸ਼ੌਂਕ ਸੀ। ਉਹਨੇ ਜਦੋਂ ਗੁਲ ਬੇਗਮ ਨਾਮ ਦੀ ਇੱਕ ਮੁਸਲਮਾਨ ਔਰਤ ਨਾਲ ਵਿਆਹ ਕਰਾਇਆ ਤਾਂ ਇਸਲਾਮੀ ਸ਼ਰ੍ਹਾ ਦੇ ਮੁਤਾਬਕ ਉਸ ਵਿਆਹ 'ਚ ਹੁਣ ਮਹਾਰਾਜੇ ਦਾ ਵੀ ਕੋਈ ਅਭਿਭਾਵਕ, ਗਾਰਡੀਅਨ ਕਹਿ ਲਓ, ਬਾਪ ਕਹਿ ਲਓ, ਉਹ ਮਸਾਹਿਬ ਕਹਿ ਲਓ, ਜਿਹੜਾ ਖਲੋਣਾ ਸੀ ਜਿਵੇਂ ਕੁੜੀ ਦਾ ਪਿਤਾ ਖਲੋਂਦਾ, ਤਾਂ ਉਦੋਂ ਮੀਆਂ ਸਮਦੂ ਖਲੋਤਾ ਸੀ ਰਣਜੀਤ ਸਿੰਘ ਦੇ ਅਭਿਭਾਵਕ ਦੇ ਤੌਰ 'ਤੇ, ਉਹਦੇ ਗਾਰਡੀਅਨ ਦੇ ਤੌਰ 'ਤੇ। ਫਿਰ ਉਹ ਨਿਕਾਹ ਹੋਇਆ ਸੀ ਅਤੇ ਸਮਦੂ ਦੇ ਤਲਾਅ ਤੋਂ ਸਤਿਗੁਰੂ ਜੀ ਨੂੰ ਉੱਥੇ ਆ ਕੇ ਅਧਿਕਾਰੀ ਮਿਲਦੇ ਨੇ ਔਰ ਉਹ ਕਹਿੰਦੇ ਨੇ ਜੀ ਤੁਸੀਂ ਦਰਸ਼ਨ ਕਦੋਂ ਕਰੋਗੇ। ਸਤਿਗੁਰੂ ਜੀ ਨਾਲ 27 ਤਰੀਕ 5:30 ਵਜੇ ਦਾ ਵਕਤ ਤੈਅ ਹੁੰਦਾ ਹੈ ਸੁਬਾਹ ਅੰਮ੍ਰਿਤ ਵੇਲੇ। 50 ਵਿਅਕਤੀਆਂ ਦੀ ਇਜਾਜ਼ਤ ਦਿੱਤੀ ਗਈ, ਪਰ ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਸਤਿਗੁਰੂ ਜੀ ਉੱਥੇ ਪਹੁੰਚਦੇ ਨੇ ਤਾਂ ਸੰਗਤ ਦਾ ਇਕੱਠ ਜਿਹੜਾ ਹੈ ਉਹ ਕੋਈ 400-500 ਦੇ ਕਰੀਬ ਸੰਗਤ ਹੋ ਜਾਂਦੀ ਏ। ਇਸ ਗੱਲ 'ਤੇ ਸੂਬਾ ਲੱਖਾ ਸਿੰਘ ਨਾਲ ਪੁਲਿਸ ਅਫਸਰਾਂ ਦਾ ਤਕਰਾਰ ਵੀ ਹੁੰਦਾ ਹੈ ਕਿ ਆਗਿਆ 50 ਦੀ ਇਹ 500 ਕਿਵੇਂ। ਸੂਬਾ ਜੀ ਕਹਿੰਦੇ ਨੇ ਕਿ ਇਹ ਸਿੰਘ ਆ ਗਏ ਨੇ, ਖਲੋਤੇ ਨੇ, ਅਸੀਂ ਇਸ ਤਰ੍ਹਾਂ ਹੁਣ ਇਹਨਾਂ ਨੂੰ ਕਿਵੇਂ ਨਖੇੜ ਦਈਏ। ਖੈਰ ਉਹ ਥੋੜ੍ਹੀ ਤੂੰ ਮੈਂ ਤੋਂ ਬਾਅਦ ਦਰਸ਼ਨ ਮੇਲਾ ਹੁੰਦਾ ਹੈ। ਪਹਿਲਾਂ ਅਕਾਲ ਤਖਤ ਸਾਹਿਬ ਜਾਂਦੇ ਨੇ
ਤਾਂ ਉੱਥੋਂ ਦੇ ਪੁਜਾਰੀ ਉਹ ਸ਼ਰਤਾਂ ਲਾਉਂਦੇ ਨੇ ਕਿ ਤੁਹਾਡੀ ਮਰਿਆਦਾ ਠੀਕ ਨਹੀਂ। ਉਹਦੇ 'ਤੇ ਬਹਿਸ ਹੁੰਦੀ ਹੈ ਲੰਮਾ ਚੌੜਾ ਸਮਾਂ। ਜੇ ਤੁਸੀਂ ਭਾਈ ਧਿਆਨ ਸਿੰਘ ਜੀ ਕਾਦਰਾਬਾਦੀ ਦਾ ਸਤਿਗੁਰੂ ਬਿਲਾਸ ਪੜ੍ਹੋ ਤਾਂ ਉਹਦੇ ਵਿੱਚ ਇਹ ਸਾਰੇ ਜਿਹੜੇ ਇਤਿਹਾਸਕ ਹਵਾਲੇ ਨੇ ਔਰ ਉਹਨਾਂ ਕਿਹੜੀਆਂ ਗੱਲਾਂ ਦਾ ਵਖਰੇਵਾਂ ਹੈ ਉਹ ਬੜੇ ਵਿਸਥਾਰ ਨਾਲ ਭਾਈ ਜੀ ਨੇ ਉਹਦੇ 'ਚ ਦਰਜ ਕੀਤੇ ਨੇ। ਫਿਰ ਸਤਿਗੁਰੂ ਜੀ ਉਹਨਾਂ ਨੂੰ ਪੁੱਛਦੇ ਨੇ ਵੀ ਅਸੀਂ ਵੱਡੇ ਤੜਕੇ ਅੰਮ੍ਰਿਤ ਵੇਲੇ ਸਿੰਘ ਇਸ਼ਨਾਨ ਕਰਦੇ ਨੇ, ਮਾਸ ਸ਼ਰਾਬ ਹਰ ਤਰ੍ਹਾਂ ਦੇ ਨਸ਼ੇ ਵਿਅਸਨ ਵੇਸਵਾ ਇਹ ਸਾਰੇ ਕਾਸੇ ਦਾ ਤਿਆਗ, ਝੂਠ ਫਰੇਬ ਛਲ ਕਪਟ ਧੋਖਾ ਵਿਭਚਾਰ ਇਹਦੀ ਸਖਤੀ ਨਾਲ ਮਨਾਈ ਸਾਡੇ ਪੰਥ ਵਿੱਚ। ਔਰ ਤੁਸੀਂ ਕਿਸ ਵਜ੍ਹਾ ਕਰਕੇ ਸਾਨੂੰ ਇਹ ਗੁਰੂ ਦੀਆਂ ਬਾਣੀਆਂ ਪੜ੍ਹਦੇ ਨੇ, ਨਾਮ ਸਿਮਰਨ ਕਰਦੇ ਨੇ, ਫਿਰ ਆਪਣੀ ਕਿਰਤ ਕਮਾਈ ਕਰਦੇ ਨੇ, ਸਾਰੇ ਕਿਰਤੀ ਸਿੰਘ ਨੇ, ਕੋਈ ਵਿਹਲਾ ਨਹੀਂ, ਦਸਾਂ ਨਵਾਂ ਦੀ ਮਿਹਨਤ ਕਰਕੇ ਛਕਣ ਵਾਲੇ ਨੇ, ਕਿਸੇ ਦਾ ਕੋਈ ਹੱਕ ਨਹੀਂ ਖਾ ਰਿਹਾ ਬਗਾਨਾ, ਤਾਂ ਸਾਡੀ ਮਰਿਆਦਾ ਨੂੰ ਤੁਸੀਂ ਗਲਤ ਕਿਵੇਂ ਦੱਸਦੇ ਹੋ? ਉਹ ਕਹਿੰਦੇ ਨੇ ਜੀ ਬਾਕੀ ਤਾਂ ਸਭ ਠੀਕ ਹੈ, ਜਦੋਂ ਤੁਸੀਂ ਸ਼ਬਦ ਪੜ੍ਹਦੇ ਹੋ ਤੁਹਾਡੇ ਸਿੰਘ ਮਸਤਾਨੇ ਹੁੰਦੇ ਨੇ, ਸਿਰ ਤੋਂ ਦਸਤਾਰ ਲੈ ਜਾਂਦੀ ਹੈ। ਗਿਆਨੀ ਗਿਆਨ ਸਿੰਘ ਵੀ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ, ਸਹੀ ਨਾਮ ਨਾਮਧਾਰੀ ਆਹੇ ਤਿੰਨ ਕਾ ਉਦਾਰੀ, ਕੂਕ ਮਾਰਨੇ ਤੇ ਕੂਕੇ ਜਗਤ ਬਖਾਨ ਹੈ, शब्द की मस्ती में हाल ते बेहाल होत, सिर ते उतर जात दस्तार तान है, एक दस्तार के उतार बिन और रीत, चाहियत जैसी तैसी तिन मैं प्रधान है। कि शब्द की मस्ती च वो सिंह जदों मस्ताने हुंदे ने तां सिर ते कई बार दस्तार नहीं रहिंदी। ਇਹਦੇ ਤੋਂ ਇਲਾਵਾ ਬਾਕੀ ਜਿਹੜੀਆਂ ਵੀ ਰੀਤੀਆਂ ਨੇ ਨਾਮਧਾਰੀ ਪੰਥ ਦੀਆਂ ਉਹ ਸ੍ਰੇਸ਼ਟ ਰੀਤੀਆਂ ਨੇ ਔਰ ਉਹਨਾਂ ਦਾ ਤੇ ਸਿੱਖਾਂ ਦਾ ਕਿਸੇ ਕਿਸਮ ਦਾ ਵੀ ਵਖਰੇਵਾਂ ਨਹੀਂ। ਹੁਣ ਸਤਿਗੁਰੂ ਜੀ ਨੂੰ ਜਦੋਂ ਇਸ ਬਾਰੇ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਨੇ ਕਿ ਇਹ ਉਹ ਸਿੰਘ ਨੇ ਜਦੋਂ ਇਹ ਆਪਣੇ ਰੰਗ ਵਿੱਚ ਆਉਂਦੇ ਨੇ ਇਹ ਖੂਹ 'ਚ ਛਾਲ ਮਾਰ ਦਿੰਦੇ ਨੇ, ਇਹ ਬਲਦੀ ਅੱਗ 'ਚ ਕੁੱਦ ਜਾਂਦੇ ਨੇ, ਇਹ ਕੋਠਿਆਂ ਦੇ ਕੋਠੇ ਜਿਹੜੇ ਨੇ ਉਹ ਛਾਲਾਂ ਮਾਰ ਕੇ ਟੱਪਦੇ ਨੇ। ਇਹਨਾਂ ਨੂੰ ਚਿੱਕੜ ਦੀ ਪਰਵਾਹ ਨਹੀਂ ਕਿ ਕਿੱਥੇ ਡਿੱਗ ਰਹੇ ਨੇ ਕਿੱਥੇ ਨਹੀਂ ਡਿੱਗ ਰਿਹਾ। ਤਾਂ ਭਾਈ ਕਾਦਰਾਬਾਦੀ ਲਿਖਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਪਿਆਰਾ ਸੀਸ ਵਾ ਜਾਨ ਨਾ ਜਾ ਕੋ, ਸ਼ਰਾ ਕਾਮ ਕਿਆ ਆਵੈ ਤਾ ਕੋ। ਇਹਨਾਂ ਤੇ ਹੁਣ ਅਸੀਂ ਕਿਹੜੀ ਸ਼ਰਾ ਲਾਗੂ ਕਰੀਏ ਜਿਨ੍ਹਾਂ ਦਾ ਤੇ ਸਿਰ ਹੀ ਆਪਣਾ ਨਹੀਂ, ਇਹ ਸਿਰ ਤੋਂ ਪਰੇ ਹੋ ਕੇ ਖੇਡ ਰਹੇ ਨੇ ਸਤਿਗੁਰੂ ਦੇ ਪਿਆਰੇ। ਖੈਰ ਉਹ ਅਰਦਾਸ ਨਹੀਂ ਕਰਦੇ। ਸਤਿਗੁਰੂ ਜੀ ਬ੍ਰਹਮਾ ਸਿੰਘ ਜੀ ਨੂੰ ਕਹਿੰਦੇ ਨੇ ਕਿ ਅਰਦਾਸ ਕਰੋ। ਸੂਬਾ ਜੀ ਉੱਥੇ ਅਰਦਾਸ ਕਰਦੇ ਨੇ ਔਰ ਇਸ ਤੋਂ ਬਾਅਦ ਹਰਿਮੰਦਰ ਸਾਹਿਬ ਵਿੱਚ ਜਾਂਦੇ ਨੇ। ਹਰਿਮੰਦਰ ਸਾਹਿਬ ਵਾਲੇ ਸਤਿਗੁਰੂ ਜੀ ਦੀ ਭੇਟਾ ਪ੍ਰਵਾਨ ਕਰ ਲੈਂਦੇ ਨੇ ਔਰ ਉਹ ਅੱਗੋਂ ਸਿਰੋਂ ਪਾਓ ਵੀ ਦਿੰਦੇ ਨੇ। ਬਹੁਤ ਸਾਰੇ ਉਹ 21 ਮੋਹਰਾਂ ਲਿਆਉਂਦੇ ਨੇ, ਦੁਸ਼ਾਲੇ ਬਸਤਰ ਮਿਸਰੀ ਦੇ ਗੋਟੇ 21। ਸਤਿਗੁਰੂ ਜੀ ਕਹਿੰਦੇ ਨੇ ਮੈਂ ਹਾਂ ਸੇਵਕ ਇਸ ਦਰਬਾਰੇ, ਮੈਂ ਤਾਂ ਭਾਈ ਇਸ ਦਰਬਾਰ ਦਾ ਸੇਵਕ ਹਾਂ, ਮੈਂ ਇੱਥੇ ਲੈਣ ਨਹੀਂ ਆਇਆ, ਮੈਂ ਤਾਂ ਇੱਥੇ ਕੁਝ ਦੇਣ ਵਾਸਤੇ ਸਿਰ ਨਵਾਉਣ ਵਾਸਤੇ ਆਇਆ। ਉਹਨਾਂ ਦੀ ਸਾਰੀ ਭੇਟਾ ਮੋੜਦੇ ਨੇ ਔਰ ਥੋੜ੍ਹਾ ਜਿਹਾ ਉਹ ਅਦਬ ਵਜੋਂ ਮਿਸ਼ਰੀ ਦੇ ਕੁਝ ਗੋਟੇ ਜਿਹੜੇ ਨੇ ਉਹ ਸਤਿਗੁਰੂ ਜੀ ਲੈ ਕੇ ਬਾਅਦ ਵਿੱਚ ਸੰਗਤ ਵਿੱਚ ਵਰਤਾਉਂਦੇ ਨੇ। ਇਹ ਇਸ ਤਰ੍ਹਾਂ ਦਾ ਜਦੋਂ ਉੱਥੇ ਚੱਲ ਰਿਹਾ ਹੈ ਤਾਂ ਉਹ ਬਾਅਦ ਵਿੱਚ ਸਤਿਗੁਰੂ ਜੀ ਘੜਿਆਲੀਆਂ ਦੇ ਤਲਾਅ 'ਤੇ ਆ ਕੇ ਡੇਰਾ ਕਰਦੇ ਨੇ। ਦੂਸਰੇ ਦਿਨ ਇੱਕ ਸਿੱਖ ਸਰਦਾਰ ਫਤਿਹ ਸਿੰਘ ਘੜਿਆਲੀਆ ਸੀ, ਉਹਦੇ ਨਾਂ 'ਤੇ ਇਹ ਘੜਿਆਲੀਆਂ ਦਾ ਤਲਾਅ ਉੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਇੱਕ ਬਣਾਇਆ ਗਿਆ ਸੀ ਜਿੱਥੇ ਫਿਰ ਸਤਿਗੁਰੂ ਜੀ ਦਾ ਉਤਾਰਾ ਕੀਤਾ। ਇੱਥੇ ਉਹਨਾਂ ਨੂੰ ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ ਪੁਲਿਸ ਕਪਤਾਨ ਇਹ ਤਿੰਨ ਉੱਚ ਅਧਿਕਾਰੀ ਨਾਲ ਉਹਨਾਂ ਦੇ ਹੋਰ, ਕਿਉਂਕਿ ਉਹ ਵੀ ਇਹ ਸੋਚਦੇ ਨੇ ਵੀ ਕਿਸੇ ਤਰ੍ਹਾਂ ਦਾ ਇੱਥੇ ਟਕਰਾਅ ਨਾ ਹੋਵੇ। ਪੁਜਾਰੀ ਵੀ ਇਸ ਤਰ੍ਹਾਂ ਦੀਆਂ ਰਿਪੋਰਟਾਂ ਦਿੰਦੇ ਨੇ ਕਿ ਇਹਨਾਂ ਦੇ ਨਾਲ ਬਹੁਤ ਸਾਰਾ ਜਨ ਸਮੂਹ ਹੈ, ਇਹ ਕਿਤੇ ਸਾਡਾ ਇੱਥੇ ਕਬਜ਼ਾ ਨਾ ਕਰ ਲੈਣ ਗੁਰੂ ਧਾਮਾਂ ਦੇ ਉੱਤੇ। ਇਸ ਵਾਸਤੇ ਉਹ ਇਸ ਗੱਲ ਤੋਂ ਵੀ ਸੁਚੇਤ ਨੇ ਅਤੇ ਉਹ ਸਾਰਾ ਪੂਰਾ ਫੋਰਸ ਪ੍ਰਬੰਧ ਹੈ। ਉਹ ਤਿੰਨੇ ਆ ਕੇ ਸਤਿਗੁਰੂ ਜੀ ਨੂੰ, ਇੱਕ ਨਰੈਣ ਸਿੰਘ ਇੰਸਪੈਕਟਰ ਨੇ, ਇਹ ਹਣ ਤਾਂ ਰਾਵਲਪਿੰਡੀ ਵੱਲ ਦੇ ਪੋਠੋਹਾਰੀ ਨੇ ਪਰ ਉਹ ਪੁਲਿਸ ਵਿੱਚ ਕਾਫੀ ਸਮੇਂ ਤੋਂ ਨੇ ਔਰ ਨਾਮਧਾਰੀ ਸੰਗਤਾਂ ਨੂੰ ਵੀ ਜਾਣਦੇ ਨੇ। ਉਹਨਾਂ ਦੀ ਡਿਊਟੀ ਲਾ ਦਿੱਤੀ ਜਾਂਦੀ ਹੈ ਸਤਿਗੁਰੂ ਜੀ ਦੇ ਕੋਲ
ਕਿ ਉਹ ਉੱਥੇ ਨਿਗਰਾਨੀ ਰੱਖਣ, ਕਿਸੇ ਵੀ ਕਿਸਮ ਦੀ ਅਸੁਵਿਧਾ ਪ੍ਰਬੰਧ ਵਿਵਸਥਾ 'ਚ ਵੀ ਸਰਕਾਰ ਹਿੱਸਾ ਪਾਉਂਦੀ ਏ। ਸਾਡੇ ਪਹਿਲੇ ਸ਼ਾਇਰ ਨੇ ਜਿਹੜੇ ਭਾਈ ਚੰਦਾ ਸਿੰਘ ਜੀ, ਉਹ ਆਪਣੇ 12ਵਾਂ ਵਿੱਚ ਲਿਖਦੇ ਨੇ, ਸਤਿਗੁਰ ਅੰਮ੍ਰਿਤਸਰ ਜੀ ਆਵਣ ਗੋਰੇ ਅੱਗੇ ਗੋਰੇ ਜਗ੍ਹਾ ਸਾਫ਼ ਕਰਾਵਣ, ਕੁਝ ਇਸ ਤਰ੍ਹਾਂ ਕਰਕੇ ਕਿ ਪਾਣੀ ਛਿੜਕਣ, ਅਤੇ ਉਹ ਸਾਰੇ ਪ੍ਰਬੰਧ ਉੱਥੇ ਸਤਿਗੁਰੂ ਜੀ ਦੇ ਵਾਸਤੇ ਸ਼ਾਮਿਆਨੇ। ਇਹ ਸਾਰਾ ਸਰਕਾਰੀ ਰਿਕਾਰਡ ਮੁਤਾਬਕ 12,000 ਦੀ ਹਾਜ਼ਰੀ, ਨਾਮਧਾਰੀ ਪੰਥ ਦੇ ਸਰੋਤਾਂ ਮੁਤਾਬਕ 25-30 ਹਜ਼ਾਰ ਦੀ ਹਾਜ਼ਰੀ, ਬਹੁਤ ਜ਼ਿਆਦਾ ਸੰਗਤ ਹੈ। ਕੁਝ ਅੰਗਰੇਜ਼ ਪਾਦਰੀ ਵੀ ਆਉਂਦੇ ਨੇ ਸਤਿਗੁਰੂ ਜੀ ਦੀ ਸਿੱਖਿਆ ਨਾਲ, ਉਹਨਾਂ 'ਚੋਂ ਇੱਕ ਸਟੋਕਸ ਵੀ ਹੈ, ਇੱਕ ਕ੍ਰਿਸਟੀ ਜਿਹੜਾ ASP ਹੈ, ਪੁਲਿਸ ਕਪਤਾਨ ਛੋਟਾ, ਉਹ ਵੀ ਸਤਿਗੁਰੂ ਜੀ ਦੇ ਕੈਂਪ ਵਿੱਚ ਆਉਂਦਾ ਹੈ ਔਰ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਦਾ ਹੈ। ਇੱਥੇ ਜੇ ਹੀ ਘੜਿਆਲੀਆਂ ਦੇ ਤਲਾਅ 'ਤੇ ਸਤਿਗੁਰੂ ਜੀ ਪਾਸ ਜਾ ਕੇ 2 ਸੰਧਾਂ ਵਾਲੀਏ ਭਰਾ ਨੇ, ਬਖਸ਼ੀਸ਼ ਸਿੰਘ ਸੰਧਾਂ ਵਾਲੀਆ ਅਤੇ ਠਾਕਰ ਸਿੰਘ ਸੰਧਾਂ ਵਾਲੀਆ, ਉਹ ਵੀ ਮਿਲਦੇ ਨੇ। ਔਰ ਬਖਸ਼ੀਸ਼ ਸਿੰਘ ਸੰਧਾਂ ਵਾਲੀਆ ਤਾਂ ਇਹ ਕਹਿੰਦਾ, ਜੀ ਜੇ ਮੈਨੂੰ ਤੁਸੀਂ ਹੁਕਮ ਕਰੋ ਅਤੇ ਮੈਂ ਜਿਹੜੇ ਪੁਜਾਰੀਆਂ ਨੇ ਤੁਹਾਡੀ ਅਰਦਾਸ ਨਹੀਂ ਕੀਤੀ, ਉਹ ਆਨਰੇਰੀ ਮੈਜਿਸਟਰੇਟ ਸੀ ਬਖਸ਼ੀਸ਼ ਸਿੰਘ ਸੰਧਾਂ ਵਾਲੀਆ, ਉਹ ਕਹਿੰਦਾ ਕਿ ਮੈਂ ਇਹਨਾਂ 'ਤੇ ਕੋਈ ਦਫਾ ਲਾ ਕੇ ਇਹਨਾਂ ਨੂੰ ਕੈਦ ਕਰਵਾ ਸਕਦਾ। ਸਤਿਗੁਰੂ ਜੀ ਆਖਣ ਲੱਗੇ ਵੀ ਆਪਾਂ ਕਾਹਨੂੰ ਕੈਦ ਕਰਵਾਉਣੇ ਨੇ। ਇਹ ਬਖਸ਼ੀਸ਼ ਸਿੰਘ ਅਤੇ ਠਾਕਰ ਸਿੰਘ ਦੋਵੇਂ ਭਾਈ ਨੇ, ਵੱਡੇ ਛੋਟੇ ਸੰਧਾਂ ਵਾਲੀਏ। ਇਹ ਵੀ ਮਹਾਰਾਜੇ ਦਾ ਕੋੜਮਾ ਹੈ, ਜਿਨ੍ਹਾਂ ਦਾ ਉੱਥੇ ਖੂਨ ਖਰਾਬੇ 'ਚ ਵੀ ਹਿੱਸਾ ਸੀ, ਲੜਾਈ 'ਚ ਵੀ ਇਹਨਾਂ ਦੇ ਬੰਦੇ ਅਜੀਤ ਸਿੰਘ ਲਹਿਣਾ ਸਿੰਘ ਮਾਰੇ ਗਏ ਸੀ। ਸ਼ਾਹ ਮੁਹੰਮਦ ਨੇ ਲਿਖਿਆ, ਸੰਧਾਂ ਵਾਲੀਆਂ ਜਹੀ ਨਾ ਕਿਸੇ ਕੀਤੀ, ਅਤੇ ਅੱਗਾਂ ਵਿੱਚ ਦਰਬਾਰ ਦੇ ਮਾਰੀਆਂ ਨਹੀਂ, ਸ਼ਾਹ ਮੁਹੰਮਦਾ ਮੋਏ ਸ਼ਹੀਦ ਹੋ ਕੇ ਜਾਨਾਂ ਕੀਤੀਆਂ ਨਹੀਂ ਪਿਆਰੀਆਂ ਨਹੀਂ। ਇਹ 2 ਵਡੇਰੇ ਸਨ ਰਣਜੀਤ ਸਿੰਘ ਦੇ ਅਤੇ ਸੰਧਾਂ ਵਾਲੀਆਂ ਦੇ। ਇੱਕ ਦਾ ਨਾਂ ਨੌਧ ਸਿੰਘ ਸੀ, ਇੱਕ ਦਾ ਨਾਂ ਚੰਦਾ ਸਿੰਘ ਸੀ। ਚੰਦਾ ਸਿੰਘ ਜਿਹੜਾ ਹੈ ਉਹ ਸੰਧਾਂ ਵਾਲੀਆਂ ਦਾ ਵਡੇਰਾ ਸੀ। ਨੌਧ ਸਿੰਘ ਦਾ ਪੁੱਤਰ ਬੁੱਢਾ ਸਿੰਘ ਸੀ, ਬੁੱਢਾ ਸਿੰਘ ਦਾ ਪੁੱਤਰ ਚੜ੍ਹਤ ਸਿੰਘ ਸੀ, ਚੜ੍ਹਤ ਸਿੰਘ ਦਾ ਮਹਾਂ ਸਿੰਘ, ਅਤੇ ਮਹਾਂ ਸਿੰਘ ਦਾ ਅੱਗੋਂ ਰਣਜੀਤ ਸਿੰਘ। ਇਸ ਤਰੀਕੇ ਉੱਥੋਂ ਉੱਪਰੋਂ ਇਹ ਦੋਵੇਂ ਇੱਕੋ ਸ਼ਾਖ ਹੈ ਇਹਨਾਂ ਦੋਵਾਂ ਬਜ਼ੁਰਗਾਂ ਦੀ, ਸੰਧਾਂ ਵਾਲੀਆਂ ਦੀ ਔਰ ਮਹਾਰਾਜਾ ਪਰਿਵਾਰ ਦੀ। ਤਾਂ ਠਾਕਰ ਸਿੰਘ ਸੰਧਾਂ ਵਾਲੀਆ ਉਹ ਇਸ ਲਈ ਵੀ ਮਹੱਤਵਪੂਰਨ ਹੈ ਕਿ ਜਦੋਂ ਦਲੀਪ ਸਿੰਘ ਪੰਜਾਬ ਦੇ ਵਿੱਚ ਆਪਣੀ, ਜਿਹਨੂੰ ਇਨਐਗਜ਼ਾਈਲ ਗੌਰਮੈਂਟ ਕਹਿ ਦਿੰਦੇ ਨੇ, ਇੱਕ ਬਰਾਏ ਨਾਮ ਸਰਕਾਰ ਪ੍ਰਦੇਸ਼ ਵਿੱਚ ਬਣਾ ਲਈ ਜਾਂਦੀ ਪੰਜਾਬ ਦੀ, ਦਲੀਪ ਸਿੰਘ ਮਹਾਰਾਜਾ ਉਹਦਾ ਘੋਸ਼ਿਤ ਕੀਤਾ ਜਾਂਦਾ, ਆਖਰੀ ਸਿੱਖ ਬਾਦਸ਼ਾਹ, ਅਤੇ ਠਾਕਰ ਸਿੰਘ ਸੰਧਾਂ ਵਾਲੀਏ ਨੂੰ ਉਹਦਾ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਹੈ। ਠਾਕਰ ਸਿੰਘ ਹੀ ਉਹ ਵਿਅਕਤੀ ਹੈ ਜਿਹੜਾ ਦਲੀਪ ਸਿੰਘ ਦੇ ਅੰਦਰ ਆਜ਼ਾਦੀ ਦੀ ਚਿੰਗ ਲਾਉਂਦਾ ਹੈ। ਉਹ ਇਹ ਦੱਸਦਾ ਹੈ ਕਿ ਪੰਜਾਬ 'ਚ ਸਤਿਗੁਰੂ ਰਾਮ ਸਿੰਘ ਜੀ ਨੇ ਕੂਕਾ ਅੰਦੋਲਨ ਖੜਾ ਕੀਤਾ ਔਰ 7-8 ਲੱਖ 10 ਲੱਖ ਤੱਕ ਵੀ ਉਹਨਾਂ ਦੀ ਸੰਗਤ ਦੀ ਗਿਣਤੀ ਹੈ, ਔਰ ਸਾਰੇ ਅੰਗਰੇਜ਼ ਦੇ ਕੱਟੜ ਵਿਰੋਧੀ ਨੇ। ਇਸ ਲਈ ਕਿਸੇ ਵੀ ਸਮੇਂ ਜੇ ਤੂੰ ਹਿੰਮਤ ਕਰੇ ਤਾਂ ਉਹਨਾਂ ਵੱਲੋਂ ਆਪਾਂ ਨੂੰ ਵੱਡਾ ਸਹਿਯੋਗ ਮਿਲ ਸਕਦਾ ਹੈ। ਸ਼ਮਸ਼ੇਰ ਸਿੰਘ ਸੰਧਾਂ ਵਾਲੀਆ ਵੀ ਇਸ ਸਮੇਂ ਸਤਿਗੁਰੂ ਜੀ ਦਾ ਬਹੁਤ ਮੁਦਾ ਹੈ। ਫਿਰ ਉਹ ਪੁਜਾਰੀਆਂ ਕੋਲ ਆਉਂਦਾ, ਉਹਨਾਂ ਨੂੰ ਕਹਿੰਦਾ, ਵੇਖੋ ਤੁਸੀਂ ਮੇਰੀ ਅਰਦਾਸ ਕਰਦੇ ਹੋ ਨਾ, ਪਰ ਮੈਨੂੰ ਕਦੇ ਪੁੱਛਿਆ ਜੇ ਮੈਂ ਕੀ ਕਰਦਾ? ਦਾਰੂ ਮੈਂ ਪੀਨਾ, ਮਾਸ ਨਿਰਾ ਮਾਸ ਹੀ ਨਹੀਂ, ਪੁੱਠਾ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਲਈ ਜਿਹੜਾ ਹਲਾਲ ਹੈ, ਤੁਹਾਡੀ ਮਰਿਆਦਾ 'ਚ ਮੈਂ ਉਹ ਵੀ ਖਾਨਾ, ਮੈਂ ਵੇਸਵਾ ਗਮਨੀ ਵੀ ਕਰਦਾ, 5 ਐਬ ਛਰਈਆਂ। ਤੁਸੀਂ ਮੇਰੀ ਅਰਦਾਸ ਕਰਦੇ ਹੋ ਔਰ ਜਿਹੜੇ ਵੱਡੇ ਤੜਕੇ ਉੱਠਦੇ ਨੇ, 1.25 ਪੈਰ ਰਾਤ ਰਹਿੰਦੀ, ਔਰ ਹਰ ਤਰ੍ਹਾਂ ਨਾਲ ਬਹੁਤ ਉੱਚਾ ਸੁੱਚਾ ਜਿਨ੍ਹਾਂ ਦਾ ਜੀਵਨ ਹੈ, ਉਹਨਾਂ ਨੂੰ ਤੁਸੀਂ ਸਿੱਖ ਨਹੀਂ ਮੰਨਦੇ। ਕੀ ਸਲਾਹ ਹੈ ਤੁਹਾਡੀ? ਉਹ ਲਾਜ਼ਮ ਹੁੰਦੇ ਨੇ ਸਾਰੇ ਇਸ ਗੱਲ ਤੋਂ। ਇਸੇ ਸਮੇਂ ਹੀ ਇੱਥੇ 3 ਹੋਰ ਵਿਅਕਤੀ ਆਉਂਦੇ ਨੇ ਸਤਿਗੁਰੂ ਜੀ ਦਾ ਦਰਸ਼ਨ ਕਰਨ ਵਾਸਤੇ ਇਸੇ ਦੀਵਾਲੀ ਦੇ ਉੱਤੇ, ਜਿਨ੍ਹਾਂ ਦਾ ਜ਼ਿਕਰ ਭਾਈ ਕਾਦਰਾਬਾਦੀ ਕਰਦੇ ਨੇ। ਡਿਪਟੀ ਦੀਨਾਨਾਥ ਸੁੱਤ, ਡਿਪਟੀ ਦੀਨਾਨਾਥ ਸੁੱਤ ਤਹਿਸੀਲਦਾਰ ਲੈ ਸੰਗ, ਬੂਟਾ ਸਿੰਘ ਦੀਵਾਨ ਜੋ ਲਵਪੁਰ ਛਾਪੇ ਰੰਗ। ਇਹ 2 ਤੁਕਾਂ ਨੇ ਜਿਨ੍ਹਾਂ ਦਾ ਅਰਥ ਇਹ ਵੇ ਕਿ ਡਿਪਟੀ ਦੀਨਾਨਾਥ ਦਾ ਪੁੱਤਰ, ਦੀਨਾਨਾਥ ਉਹ ਸੀ ਜਿਹਨੇ ਪੰਜਾਬ ਦੀ ਆਖਰੀ ਜਿਹੜੀ ਸੰਧੀ ਹੋਈ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤੇ ਅਗਵਾਹ ਵਜੋਂ ਦਸਖਤ ਕੀਤੇ, ਕੌਂਸਲ ਦਾ ਮੈਂਬਰ ਸੀ। ਦੀਨਾਨਾਥ ਨੇ ਉਦੋਂ ਅੰਗਰੇਜ਼ਾਂ ਨੂੰ ਇਹ ਵੀ ਗੱਲ ਆਖੀ ਸੀ
ਕਿ ਵੱਡਾ ਦਿਲ ਕਰੋ। ਜਿਵੇਂ ਫਰਾਂਸ ਨਾਲ ਸੰਧੀ ਤੋਂ ਬਾਅਦ ਫਰਾਂਸ ਨਪੋਲੀਅਨ ਦੇ ਵਾਰਸਾਂ ਨੂੰ ਸੌਂਪ ਦਿੱਤਾ ਸੀ, ਇਸ ਤਰ੍ਹਾਂ ਹੀ ਜੇ ਪੰਜਾਬ ਨਾਲ ਸੰਧੀ ਕਰਦੇ ਹੋ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਨੂੰ ਪੰਜਾਬ ਸੌਂਪ ਦਿਓ। ਉਹਨਾਂ ਦਾ ਜਵਾਬ ਸੀ, ਚੁੱਪ ਕਰੋ ਵਰਨਾ ਕਾਲੇ ਪਾਣੀ ਭੇਜ ਦਿਏ ਜਾਓਗੇ, ਖਾਮੋਸ਼। ਫਿਰ ਉਹ ਕੀ ਬੋਲਦਾ? ਇਸ ਦੀਨਾਨਾਥ ਦੇ ਦੋ ਪੁੱਤਰ ਸਨ, ਇੱਕ ਤਾਂ ਅਮਰਨਾਥ ਸੀ। ਉਹਨੇ ਫਾਰਸੀ 'ਚ ਮਹਾਰਾਜਾ ਰਣਜੀਤ ਸਿੰਘ ਦਾ ਜਫਰਨਾਮਾ ਲਿਖਿਆ, ਬੜੀ ਇਤਿਹਾਸਕ ਕਿਤਾਬ ਹੈ, ਪੰਜਾਬੀ 'ਚ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੈ। ਦੂਜਾ ਇਹਦਾ ਪੁੱਤਰ ਨਿਰੰਜਨ ਨਾਥ ਸੀ। ਅਮਰਨਾਥ ਨੂੰ ਪਤਾ ਨਹੀਂ ਕਿਉਂ ਦੀਨਾਨਾਥ ਨੇ ਬੇਦਖਲ ਕਰ ਦਿੱਤਾ, ਔਰ ਜਿਹੜਾ ਨਿਰੰਜਨ ਨਾਥ ਸੀ ਉਹ ਹੀ ਉਹਦੀ ਸਾਰੀ ਜਾਇਦਾਦ ਵਗੈਰਾ ਦਾ ਮਾਲਕ ਵੀ ਬਣਿਆ। ਇੱਥੇ ਦੀਵਾਨ ਬੂਟਾ ਸਿੰਘ ਦੇ ਨਾਲ ਅਮਰਨਾਥ ਆਉਂਦਾ, ਔਰ ਇੱਕ ਤਹਿਸੀਲਦਾਰ ਜਿਹੜਾ ਮੁਸਲਮਾਨ ਹੈ ਉਹ ਆਉਂਦਾ। ਉਹ ਮੁਸਲਮਾਨ ਤਹਿਸੀਲਦਾਰ ਪੁੱਛਦਾ ਸਤਿਗੁਰੂ ਜੀ ਨੂੰ ਵੀ ਤੁਸੀਂ ਕੋਈ ਮੁਸਲਮਾਨ ਵੀ ਕੂਕਾ ਬਣਾਇਆ ਹੈ? ਉਹ ਆਂਦੇ ਜੀ ਬਹੁਤ, ਦਰਸ਼ਨ ਕਰਾਓ। ਇੱਕ ਕਸ਼ਮੀਰ ਸਿੰਘ ਨਾਂ ਦਾ, ਕਸ਼ਮੀਰ ਦਾ ਮੁਸਲਮਾਨ ਸੀ ਜਿਹਦਾ ਨਾਂ ਸਤਿਗੁਰੂ ਜੀ ਨੇ ਕਸ਼ਮੀਰ ਸਿੰਘ ਰੱਖਿਆ ਸੀ। ਉਹਨੂੰ ਆਖਿਆ, ਆ ਭਾਈ ਕਸ਼ਮੀਰ ਸਿੰਘ, ਆ ਮਿਲਾ ਕੇ ਇਹਨਾਂ ਨੂੰ ਤਹਿਸੀਲਦਾਰ ਸਾਹਿਬ ਨੂੰ। ਇਸ ਤਰ੍ਹਾਂ ਦੇ ਬਚਨ ਸਤਿਗੁਰੂ ਜੀ ਦੇ ਉੱਥੇ ਹੁੰਦੇ ਨੇ। ਔਰ ਇਹ ਦੀਵਾਨ ਬੂਟਾ ਸਿੰਘ ਜਿਹੜਾ ਹੈ ਇਹ ਲਾਹੌਰ ਦਾ ਹੈ, ਜਿਨ੍ਹਾਂ ਨੂੰ ਕਲਾਲ ਹੁਣ ਆਲੂਵਾਲੀਏ ਆਖਦੇ ਆ, ਉਸ ਜਾਤੀ 'ਚੋਂ ਸੀ। ਪਰ ਇਹ ਮਹਾਰਾਣੀ ਜਿੰਦ ਕੌਰ ਦਾ ਦੀਵਾਨ ਸੀ ਉਹਦੇ ਰਾਜਕਾਜ ਵੇਲੇ। ਜਦੋਂ ਮੁਲਤਾਨ ਦੀ ਬਗਾਵਤ ਹੋਈ ਉਹਦੇ 'ਚ ਮੂਲ ਰਾਜ ਨੂੰ ਗੱਦੀ ਤੋਂ ਲਾਹ ਕੇ ਭੇਜਿਆ ਗਿਆ, ਕਲਕੱਤੇ ਤੱਕ ਜਾਂਦਾ ਉਹ ਚਲਾਣਾ ਕਰ ਗਿਆ ਸੀ। ਦੀਵਾਨ ਮੂਲ ਰਾਜ ਦੀਵਾਨ ਸਾਵਣ ਮਲ ਦਾ ਪੁੱਤਰ ਸੀ। ਉਦੋਂ ਜੇ ਇੱਕ ਪੰਮਾ ਸਾਜ਼ਿਸ਼ ਕੇਸ ਲਾਹੌਰ 'ਚ ਚੱਲੀ ਸੀ, ਜਿਹਦਾ ਇਹ ਸੀ ਕਿ ਅੰਗਰੇਜ਼ ਰੈਜੀਡੈਂਟ ਨੂੰ ਤੇ ਰਾਜਾ ਲਾਲ ਸਿੰਘ ਦੋਹਾਂ ਨੂੰ ਕਤਲ ਕਰਕੇ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੇ ਕਬਜ਼ੇ 'ਚੋਂ ਮੁਕਤ ਕਰਾ ਕੇ ਤੇ ਮਹਾਰਾਣੀ ਜਿੰਦ ਕੌਰ ਨੂੰ ਵੀ ਸ਼ੇਖੂਪੁਰੇ ਦੇ ਕਿਲੇ ਤੋਂ ਵਾਪਸ ਲਿਆ ਕੇ ਲਾਹੌਰ ਬਣਾਇਆ ਜਾਏ। ਉਹਦੇ 'ਚ ਕਈਆਂ ਨੂੰ ਫਾਂਸੀ ਦਿੱਤਾ ਗਿਆ। ਦੀਵਾਨ ਬੂਟਾ ਸਿੰਘ ਨੂੰ ਇਲਾਹਾਬਾਦ ਦੇ ਕਿਲੇ 'ਚ 7 ਸਾਲ ਕੈਦ ਕੀਤਾ ਗਿਆ, ਔਰ ਇਹ 1863 ਦੇ ਨੇੜੇ ਉੱਥੋਂ ਕੈਦ ਕੱਟ ਕੇ ਵਾਪਸ ਆਇਆ। ਫਿਰ ਇਹਨੇ ਲਾਹੌਰ 'ਚ ਛਾਪੇਖਾਨੇ ਲਾਏ। ਇਹਦੇ ਛਾਪੇਖਾਨਿਆਂ ਦਾ ਕੰਮ ਬੜਾ ਵੱਡਾ ਸੀ। ਅਜਮੇਰ ਤੋਂ ਲੈ ਕੇ ਪਿਸ਼ੌਰ ਤੱਕ ਇਹ ਉਰਦੂ ਦੇ, ਫਾਰਸੀ ਦੇ, ਇਸ ਤਰ੍ਹਾਂ ਦੇ ਅਖਬਾਰ, ਸਰਕਾਰੀ ਕੰਮ ਵੀ ਇਹਨੂੰ ਕਾਫੀ ਮਿਲਦਾ ਸੀ। ਪਰ ਸਰਕਾਰ ਇਹਦੇ ਤੋਂ ਡਰਦੀ ਸੀ। ਉਹ ਕਹਿੰਦੀ ਸੀ ਕਿ ਲਾਹੌਰ ਦੇ ਵਿੱਚ ਸਰਕਾਰੀ ਰਿਪੋਰਟ ਕੋਈ ਵੀ ਬੂਟਾ ਸਿੰਘ ਦੇ ਪ੍ਰੈਸ 'ਚ ਨਾ ਛਾਪਿਓ। ਜੇ ਉਹਨੂੰ ਤੁਸੀਂ ਛਪਣ ਲਈ ਦਿਓਗੇ ਤਾਂ ਉਹ ਛਪਣ ਤੋਂ ਪਹਿਲਾਂ ਗੁਰੂ ਰਾਮ ਸਿੰਘ ਕੋਲ ਚਲੀ ਜਾਏਗੀ। ਸਤਿਗੁਰੂ ਜੀ ਦਾ ਸਿੱਖ ਸੀ ਦੀਵਾਨ ਬੂਟਾ ਸਿੰਘ। ਉਹ ਦੀਨਾਨਾਥ ਦੇ ਇਸ ਪੁੱਤਰ ਨਿਰੰਜਨ ਨਾਥ ਨੂੰ ਲੈ ਕੇ ਤੇ ਉਹਨੂੰ ਕਸ਼ਮੀਰ ਸਿੰਘ ਨੂੰ ਲੈ ਕੇ ਆਉਂਦਾ ਹੈ। ਇਸੇ ਬੂਟਾ ਸਿੰਘ ਤੋਂ ਸਤਿਗੁਰੂ ਜੀ ਪਹਿਲੀ ਵਾਰ ਆਦਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਛਪਵਾਉਂਦੇ ਨੇ। ਪਹਿਲਾਂ ਸਤਿਗੁਰੂ ਜੀ ਪ੍ਰਤਾਪ ਸਿੰਘ ਜੀ ਦੇ ਉਪਦੇਸ਼ਾਂ 'ਚ ਆਉਂਦਾ ਹੈ ਕਿ ਪਹਿਲਾਂ ਉਹ ਤਖਤੀ ਵਰਗੀਆਂ ਸੀ, ਬਹੁਤ ਲੰਮੀਆਂ ਹੁੰਦੀਆਂ ਸੀ, ਉਹਨਾਂ ਦਾ ਪ੍ਰਕਾਸ਼ ਔਖਾ ਸੀ। ਫਿਰ ਦੁਬਾਰਾ ਸਤਿਗੁਰੂ ਜੀ ਨੇ ਦੱਸ ਕੇ ਜਿਹੜਾ ਹੁਣ ਵਾਲਾ ਸਰੂਪ ਹੈ ਇਹਦੇ ਮੁਤਾਬਕ ਆਦਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਛਪਵਾਈਆਂ, ਗੁਟਕੇ ਛਪਵਾਏ। ਔਰ ਹੋਰ ਵੀ ਜਿਹੜੀਆਂ ਨਾਮਧਾਰੀ ਮਤ ਨੂੰ ਦ੍ਰਿੜ ਕਰਨ ਵਾਲੀਆਂ, ਕਰਨੀ ਨਾਮਾ, ਅਜਿੱਤੇ ਰੰਧਾਵੇ ਦੀ ਗੋਸ਼ਟ, 100 ਸਾਖੀ, ਇਸ ਤਰ੍ਹਾਂ ਦੀਆਂ ਪੁਸਤਕਾਂ। ਇੱਕ ਕਿਤਾਬ ਉਹਨੇ ਪੰਜਾਬੀ ਵਿੱਚ ਅਨੁਵਾਦ ਕਰਕੇ ਬੂਟਾ ਸਿੰਘ ਨੇ ਆਪਣੇ ਪ੍ਰੈਸ 'ਚ ਛਾਪੀ ਸੀ, ਅਨੈਕਸੇਸ਼ਨ ਆਫ ਪੰਜਾਬ ਐਂਡ ਦਲੀਪ ਸਿੰਘ, ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਤੇ ਮਹਾਰਾਜਾ ਦਲੀਪ ਸਿੰਘ। ਇਸ ਕਿਤਾਬ ਦੀ 300 ਕਾਪੀ ਛਪਣ ਤੇ ਵੀ ਅੰਗਰੇਜ਼ ਸਰਕਾਰ ਬਹੁਤ ਔਖੀ ਸੀ ਬੂਟਾ ਸਿੰਘ ਤੇ। ਔਰ ਜਦੋਂ ਅੜਬੰਗੀ ਜੀ ਗੇਂਦੇ ਦਾ ਕਤਲ ਭੈਣੀ ਸਾਹਿਬ ਦੀ ਜੂਹ ਤੋਂ ਬਾਹਰ ਕਰਦੇ ਨੇ, ਉਹ ਰਿਪੋਰਟ ਜਿਹੜੀ ਬੂਟਾ ਸਿੰਘ ਦੇ ਲਾਹੌਰ ਤੋਂ ਛਪਣ ਵਾਲੇ ਅਖਬਾਰਾਂ ਵਿੱਚ ਛਪੀ, ਅੰਗਰੇਜ਼ ਸਰਕਾਰ ਉਸ ਰਿਪੋਰਟ ਤੋਂ ਵੀ ਬੜੀ ਔਖੀ ਸੀ ਕਿ ਉਹ ਸਾਰੀ ਹੀ ਕੂਕਿਆਂ ਦਾ ਪੱਖ ਪੂਰਦੀ ਏ। ਇਸ ਲਈ ਇਹ ਬੰਦਾ ਸਾਡੇ ਰਾਜ ਵਾਸਤੇ ਬਹੁਤ ਖਤਰਨਾਕ ਹੈ। ਦੀਵਾਨ ਬੂਟਾ ਸਿੰਘ ਵੀ ਵੱਡੇ ਆਦਮੀ ਸਨ, ਔਰ ਉਹ ਇਹਨਾਂ ਸਥਿਤੀਆਂ ਦੇ ਵਿੱਚ ਉੱਥੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਂਦੇ ਨੇ, ਨਾਲ ਹੋਰ ਅਧਿਕਾਰੀ ਆਉਂਦੇ ਨੇ। ਇੱਕ ਪ੍ਰਸੰਗ ਇੱਥੇ ਹੋਰ ਵਾਪਰਦਾ ਜਿਹੜਾ ਸਾਡੇ ਇਤਿਹਾਸ ਵਿੱਚ ਜ਼ਿਕਰ ਆਉਂਦਾ, ਜਿਹਦਾ ਰਾਏ ਕੱਲਾ, ਰਾਏਕੋਟ ਦਾ ਜਿਹੜਾ ਮੁਸਲਮਾਨ ਨਵਾਬ 10ਵੇਂ ਪਾਤਸ਼ਾਹ ਚਮਕੌਰ ਸਾਹਿਬ ਦੀ ਗੜੀ 'ਚੋਂ ਨਿਕਲ ਕੇ ਮਾਛੂਵਾੜਾ ਸਾਹਿਬ ਆਲਮਗੀਰ ਹੁੰਦੇ ਹੋਏ ਰਾਏਕੋਟ ਪੜਦੇ ਨੇ। ਰਾਏ ਕੱਲੇ ਨੂੰ ਇਹ ਕਹਿੰਦੇ ਨੇ ਕਿ ਰਾਏ
ਵੱਡੇ ਤਾਂ ਸਾਡੇ ਸਾਹਮਣੇ ਅਸੀਂ ਜੰਗ 'ਚ ਉਹਨਾਂ ਦੀ ਸ਼ਹਾਦਤ ਹੁੰਦੀ ਵੇਖ ਲਈ, ਛੋਟੇ ਤੇ ਮਾਤਾ ਜੀ ਨਿਖੜ ਗਏ ਸਨ। ਉਹ ਸਰਹੰਦ ਸੁਣੀਦੇ ਨੇ ਖਬਰ ਲਿਆਓ। ਉਹ ਨੂਰਾ ਮਾਹੀ ਜਿਹੜਾ ਉਹਦਾ ਮੱਝੀਆਂ ਦਾ ਛੇੜੂ ਸੀ, ਉਹ ਜਾਂਦਾ ਹੈ ਅਗਲੇ ਦਿਨ ਸ਼ਾਮ ਤੱਕ ਆ ਕੇ ਉਹ ਦੱਸਦਾ ਹੈ ਕਿ ਇਸ ਤਰ੍ਹਾਂ ਭਾਣਾ ਵਰਤ ਗਿਆ ਉੱਥੇ ਵੀ। ਤਾਂ ਸਤਿਗੁਰੂ ਜੀ ਉਦੋਂ ਕਾਈ ਆਪਣੇ ਤੀਰ ਦੇ ਨਾਲ ਜੜ ਪੁੱਟ ਕੇ ਕਹਿੰਦੇ ਨੇ ਕਿ ਜ਼ਾਲਮ ਰਾਜ ਦੀ ਜੜ ਪੁੱਟੀ ਗਈ। ਰਾਏ ਕੱਲਾ ਉੱਥੇ ਉਸ ਵੇਲੇ ਸੰਗਤ ਵਿੱਚ, ਉੱਥੋਂ ਜਦੋਂ ਉਹਦੇ ਤੋਂ ਵਿਦਿਆ ਲੈਂਦੇ ਨੇ ਤਾਂ ਉਹਨੂੰ ਇੱਕ ਰੀਲ ਦਿੱਤੀ, ਇੱਕ ਗੰਗਾ ਸਾਗਰ। ਉਸ ਗੰਗਾ ਸਾਗਰ ਦੀ ਸਿਫਤ ਇਹ ਵੇ ਕਿ ਉਹਦੇ 'ਚੋਂ ਪਾਣੀ ਤਾਂ ਚੋ ਜਾਂਦਾ ਪਰ ਰੇਤ ਨਹੀਂ ਘਿਰਦੀ, ਨਾ ਰੇਤ ਘਿਰ ਜਾਂਦੀ ਏ, ਦੁੱਧ ਨਹੀਂ, ਪਾਣੀ ਜਾਂ ਦੁੱਧ ਉਹਦੇ 'ਚੋਂ ਨਹੀਂ ਚੋਂਦਾ। ਉਹ ਗੰਗਾ ਸਾਗਰ ਇੱਕ ਰੀਲ, ਇੱਕ ਸ੍ਰੀ ਸਾਹਿਬ ਜਾਂ ਖੰਡਾ, ਇੱਕ ਕਿਤੇ ਖੰਡਾ ਲਿਖਿਆ ਕਿਤੇ ਸ੍ਰੀ ਸਾਹਿਬ। ਉਹ ਜਿਹੜੀ ਸ੍ਰੀ ਸਾਹਿਬ ਉਹਨੂੰ ਦਿੱਤੀ ਸੀ, ਉਹ ਇਹ ਸੋਚ ਕੇ ਵੀ ਮੈਂ ਗੁਰੂ ਜੀ ਦੀ ਪਵਿੱਤਰ ਵਸਤੂ ਹੈ, ਕਿਤੇ ਇਹਦੀ ਬੇਅਦਬੀ ਨਾ ਕਰ ਪਵਾਂ। ਉਹਨੇ ਸੋਚਿਆ, ਉਹਨੂੰ ਪਤਾ ਲੱਗਾ ਕਿ ਵੇਲੇ ਦਾ ਅਵਤਾਰ ਭੈਣੀ ਸਾਹਿਬ ਵਿੱਚ। ਉਹ ਭੈਣੀ ਸਾਹਿਬ ਨੂੰ ਜਾਂਦਾ, ਉਹ ਆਪਣੇ ਸ੍ਰੀ ਸਾਹਿਬ ਲੈ ਕੇ ਕਿ ਮੈਂ ਭੇਟ ਕਰਾਂ। ਉੱਥੋਂ ਪਤਾ ਲੱਗਦਾ ਸਤਿਗੁਰੂ ਜੀ ਅੰਮ੍ਰਿਤਸਰ ਚਲੇ ਗਏ ਨੇ। ਉਹ ਰਾਏ ਕੱਲੇ ਦੀ ਉਹ ਔਲਾਦ, ਉਹ ਜਿਹੜਾ ਉਹਦਾ ਵੰਸ਼ਜ, ਉਹ ਅੰਮ੍ਰਿਤਸਰ ਪਹੁੰਚਦਾ ਹੈ। ਉੱਥੇ ਸਤਿਗੁਰੂ ਜੀ ਨੂੰ ਮਿਲ ਕੇ ਫਿਰ ਉਹ ਸ੍ਰੀ ਸਾਹਿਬ ਭੇਟ ਕਰਦਾ। ਸਤਿਗੁਰੂ ਜੀ ਉਹਦਾ ਆਦਰ ਮਾਣ ਕਰਦੇ ਨੇ, ਸਿਰ 'ਤੇ ਰੱਖਦੇ ਨੇ, ਸਤਿਕਾਰ ਕਰਦੇ ਨੇ। ਔਰ ਇਹ ਕਹਿੰਦੇ ਨੇ ਵੀ ਖਾਨ ਸਾਹਿਬ, ਜਿੱਥੇ ਅਨੰਦਪੁਰ ਸਾਹਿਬ ਵਿੱਚ ਸਾਹਿਬਾਂ ਦੇ ਹੋਰ ਦੂਸਰੇ ਸ਼ਸਤਰ ਪਏ ਨੇ, ਇਹ ਕਿਰਪਾ ਕਰਕੇ ਤੁਸੀਂ ਉੱਥੇ ਪਹੁੰਚਾ ਦਿਓ। ਉਸ ਤੋਂ ਬਿਹਤਰ ਇਹਨੂੰ ਸੁਰੱਖਿਅਤ ਰੱਖਣ ਲਈ ਹੋਰ ਜਗ੍ਹਾ ਅਸੀਂ ਨਹੀਂ ਸਮਝਦੇ। ਉਹ ਪ੍ਰਸੰਗ ਇਸ ਤਰ੍ਹਾਂ ਵੀ ਆਉਂਦਾ ਹੈ। ਉੱਥੇ ਇੱਕ ਇਹ ਵੀ ਪ੍ਰਸੰਗ ਆਉਂਦਾ ਕਿ ਸਤਿਗੁਰੂ ਜੀ ਉੱਠ ਕੇ ਬਾਹਰ ਸਰਲਾ ਛੱਡਣ ਵਾਸਤੇ ਜਾਣ ਲੱਗਦੇ ਨੇ ਅਤੇ ਸਿੰਘਾਂ ਦੀ ਬਹੁਤ ਸਾਰੀ ਭੀੜ ਹੈ, ਕੋਈ ਸੱਜਿਓਂ, ਕੋਈ ਖੱਬਿਓਂ, ਕੋਈ ਅਰਜ਼ ਕਰਨ ਵਾਲਾ। ਉੱਥੇ ਵਸਮਾਦ 'ਚ ਆ ਕੇ ਬੇਨਤੀ ਕਰਦੇ ਨੇ, ਹੁਕਮ ਕਰਦੇ ਨੇ ਕਿ ਅੱਜ ਤਾਂ ਤੁਸੀਂ ਮੈਨੂੰ ਚੀਤਾ ਭਜਾਉਣ ਵਾਸਤੇ ਵੀ ਬਾਹਰ ਨਹੀਂ ਜਾਣ ਦਿੰਦੇ, ਵਕਤ ਆਏਗਾ ਕੱਛਾਂ ਲਾ ਲਾ ਕੇ ਸੁੱਟੋਗੇ, ਔਰ ਮੈਂ ਹੁਣ ਤੁਹਾਡੇ ਵਿੱਚ ਬੈਠਾ ਵਾਂ, ਵੇਲਾ ਆਵੇਗਾ ਕਿ ਨਿਖੜ ਕੇ ਦੂਰ ਜਾ ਬੈਠਾਂਗਾ। ਅਬ ਰਾਮ ਸਿੰਘ ਸਸਤਾ ਹੈ, ਕਿਸੇ ਦਿਨ ਕੋ ਮਹਿੰਗਾ ਹੋ ਜਾਏਗਾ। ਉਸ ਸਮੇਂ ਬਹੁਤ ਸਾਰੇ ਲਹਿੰਦੇ ਪੰਜਾਬ ਦੇ ਲੋਕ ਦਰਸ਼ਨ ਕਰਨ ਵਾਸਤੇ ਆਪਣਿਆਂ ਪਿੰਡਾਂ ਨਗਰਾਂ ਤੋਂ ਗੱਡੇ ਜੋ ਕੇ ਅੰਮ੍ਰਿਤਸਰ ਵਿੱਚ ਪਹੁੰਚਦੇ ਨੇ। ਮੇਰੇ ਆਪਣੇ ਪਿੰਡ ਦੇ ਵੱਡੇ ਬਜ਼ੁਰਗ ਜਿਹੜੇ ਸਨ, ਉਹ ਵੀ ਉੱਥੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਉਹ ਜਦੋਂ ਨਨਕਾਣੇ ਸਾਹਿਬ ਦੇ ਮੇਲੇ ਦਾ ਭੋਗ ਪਾ ਕੇ ਇੱਧਰ ਬਾਹਰ ਦੇ ਇਲਾਕੇ ਦਾ ਦੌਰਾ ਆਰੰਭ ਕਰਦੇ ਨੇ ਤਾਂ ਪਹਿਲਾ ਪੜਾਅ ਨੌ ਚੱਕ ਝੱਬਰ ਉੱਥੇ ਕਰਦੇ ਨੇ, ਜਿਹੜਾ ਬਾਹਰ ਪਿੰਡ, ਬਾਹਰ ਵਿਚਲਾ ਝੱਬਰਾਂ ਦਾ ਨਵਾਂ ਪਿੰਡ ਵੱਜਾ ਸੀ। ਅਤੇ ਉਹ ਸਤਿਗੁਰੂ ਜੀ ਆਪਣੇ ਉਪਦੇਸ਼ 'ਚ ਫਰਮਾਉਂਦੇ ਨੇ ਕਿ ਜਦੋਂ ਅਸੀਂ ਉੱਥੇ ਗਏ, ਸ਼ਾਮ ਨੂੰ ਬਾਬਾ ਕੇਸਰ ਸਿੰਘ ਜੀ, ਬਾਬਾ ਜੈਮਲ ਸਿੰਘ ਜੀ, ਇਹ ਕੇਸਰ ਸਿੰਘ ਜੀ ਚਾਚਾ ਕਿਰਪਾਲ ਸਿੰਘ ਸੋਧੀ, ਮੰਗਲ ਸਿੰਘ ਸੋਧੀ, ਪਿਆਰਾ ਸਿੰਘ ਸੋਧੀ, ਉਹਨਾਂ ਦੇ ਪਿਤਾ ਸਨ ਕੇਸਰ ਸਿੰਘ ਜੀ। ਔਰ ਜੈਮਲ ਸਿੰਘ ਜੀ ਚਾਚਾ ਰਜਵੰਤ ਸਿੰਘ, ਚਾਚਾ ਅਵਤਾਰ ਸਿੰਘ, ਇਹਨਾਂ ਦੇ ਪਿਤਾ ਸਨ। ਇਹ ਦੋਵੇਂ ਬਜ਼ੁਰਗ ਸਨ। ਸਤਿਗੁਰੂ ਜੀ ਉਪਦੇਸ਼ 'ਚ ਲਿਖਦੇ ਨੇ ਵੀ ਜਦੋਂ ਕੇਸਰ ਸਿੰਘ ਹੋਰੀ ਆਏ, ਵਹਿੰਦਿਆਂ ਸਾਰੀ ਧਾਰ ਨਿਕਲ ਗਈ। ਆਖਣ ਲੱਗੇ, ਆਖਿਆ ਸਾਨੇ ਰਾਮ ਸਿੰਘ ਸਸਤਾ ਹੈ, ਮਹਿੰਗਾ ਹੋ ਜਾਏਗਾ। ਅਸੀਂ ਆਪਣਿਆਂ ਪਿੰਡਾਂ ਤੋਂ ਗੱਡੇ ਜੋ ਕੇ ਉਦੋਂ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ 'ਤੇ ਦਰਸ਼ਨ ਕਰਨ ਵਾਸਤੇ ਗਏ ਸਾਂ। ਉਹ ਸਾਰਾ ਨਜ਼ਾਰਾ ਉਹਨਾਂ ਸਿੰਘਾਂ ਨੇ ਵੇਖਿਆ। ਸਤਿਗੁਰੂ ਜੀ ਭਾਈ ਬਾਹੋਵਾਲ ਲਿਖਦੇ ਨੇ ਕਿ ਇੱਕ ਵਾਰ ਉੱਥੋਂ ਦੀਵਾਨ 'ਚੋਂ ਨਿਕਲ ਤੁਰੇ, ਇੱਕ ਰਾਈਆਂ ਦਾ ਸਿੰਘ ਮਗਰ ਆਇਆ। ਉਹਨੂੰ ਕਹਿੰਦੇ, ਆਪਾਂ ਚਲੇ ਜਾਣਾ ਹੈ ਸਾਰਾ ਕੁਛ ਛੱਡ ਛਡਾ ਕੇ, ਚੱਲ ਤੂੰ ਵੀ ਮੇਰੇ ਨਾਲ, ਅੱਗੇ ਦੋ ਦਰਿਆ ਆਉਣਗੇ, ਲੰਘਾ ਦਿਆਂਗਾ ਤੈਨੂੰ। ਪਿੱਛੋਂ ਕਹਿੰਦੇ ਨੇ ਕੋਈ ਆਵੇ ਨਾ। ਸੂਬਾ ਜਵਾਹਰ ਸਿੰਘ ਜੀ ਮੂੰਹ ਕਾਲਾ ਕਰਕੇ ਜਾਂਦੇ ਨੇ ਵੀ ਪਾਤਸ਼ਾਹ ਤੁਹਾਡੇ ਨਾਲ ਤਾਂ ਸਾਰੀ ਖੇਡ ਏ, ਤੁਹਾਡੇ ਤੋਂ ਬਿਨਾਂ ਅਸੀਂ ਕਾਹਦੇ ਜੋਗੇ ਹਾਂ। ਉਹ ਕਹਿੰਦੇ ਨੇ ਠੀਕ ਹੈ। ਜਦੋਂ ਫੇਰ ਆਉਂਦੇ ਨੇ ਤਾਂ ਕਹਿੰਦੇ ਨੇ ਸਾਹਿਬ ਸਿੰਘ, ਕੁੜੀਆਂ ਮਾਰਨ ਵਾਲੇ, ਕੁੜੀਆਂ ਵੇਚਣ ਵਾਲੇ, ਗਾਈਆਂ ਬੁੱਚੜਾਂ ਨੂੰ ਦੇਣ ਵਾਲੇ, ਇਹ ਸਾਰੇ ਮੈਨੂੰ ਮੱਥੇ ਕਿਉਂ ਟੇਕਦੇ ਨੇ ਆ ਕੇ, ਇਹਨਾਂ 'ਤੇ ਤੁਸੀਂ ਰੋਕ ਨਹੀਂ ਲਾ ਸਕਦੇ। ਮੈਂ ਤਾਂ
ਨਿਕਲ ਕੇ ਜਾਣਾ। ਇੱਕ ਵਾਰ ਲੁਧਿਆਣੇ ਹਿੰਦੁਸਤਾਨ ਦਾ ਗਵਰਨਰ ਜਨਰਲ ਵਾਇਸਰਾਏ ਆਇਆ, ਬਾਹੋਵਾਲ ਜੀ ਨੇ ਇਹ ਪ੍ਰਸੰਗ ਵੀ ਲਿਖਿਆ। ਔਰ ਸਾਰੇ ਜਿੰਨੇ ਭੇਖ ਸੀ ਉਸ ਵੇਲੇ ਉਹ ਧਰਮ ਮੁਖੀਆਂ ਨੂੰ ਸੱਦਾ ਦਿੱਤਾ ਵੀ ਆਓ ਗਵਰਨਰ ਜਨਰਲ ਵਾਇਸਰਾਏ ਸਾਹਿਬ ਤੁਹਾਡੇ ਦਰਸ਼ਨ ਦੀਦਾਰ ਕਰਨਾ ਚਾਹੁੰਦੇ ਨੇ। ਤਾਂ ਸਤਿਗੁਰੂ ਜੀ ਬਹੁਤ ਤੜਕੇ ਘੋੜੀ 'ਤੇ ਸਵਾਰ ਹੋ ਕੇ ਇੱਕ ਅੱਧਾ ਸਿੰਘ ਲੈ ਕੇ ਉੱਥੇ ਅੱਪੜ ਗਏ। ਉਹ ਕਹਿਣ ਲੱਗਾ ਜੀ ਕਾਲ ਬੜਾ ਪੈ ਗਿਆ ਹੈ, ਮੀਂਹ ਨਹੀਂ ਪੈ ਰਿਹਾ, ਔੜ ਲੱਗੀ ਹੈ, ਕਿਰਪਾ ਕਰੋ। ਸਤਿਗੁਰੂ ਜੀ ਕਹਿੰਦੇ ਵੀ ਤੁਸੀਂ ਕੁੜੀਆਂ ਦਾ ਮਾਰਨਾ, ਗਊਆਂ ਦਾ ਕਤਲ, ਗਊ ਵੱਧ, ਔਰ ਗਰੀਬਾਂ ਤੋਂ ਵਿਆਜ 'ਤੇ ਪੈਸੇ ਲੈਣੇ, ਇਹਦੇ ਖਿਲਾਫ ਕਾਨੂੰਨ ਬਣਾ ਦਿਓ, ਅਸੀਂ ਮੀਂਹ ਪਵਾ ਦਿਆਂਗੇ। ਉਹ ਕਹਿੰਦਾ ਜੀ ਇਹ ਸਾਡੇ ਵੱਸ 'ਚ ਨਹੀਂ। ਉਹ ਕਹਿੰਦੇ ਤੁਹਾਡੇ ਵੱਸ 'ਚ ਨਹੀਂ ਤਾਂ ਫਿਰ ਅਸੀਂ ਜਾਂਦੇ ਹਾਂ। ਬਾਕੀ ਲੋਕ ਜੇ ਆ ਹੀ ਰਹੇ ਨੇ ਉਹ ਕਹਿੰਦੇ ਨੇ ਵੀ ਕੂਕਿਆਂ ਦੇ ਗੁਰੂ ਜੀ ਤਾਂ ਪਹਿਲਾਂ ਹੀ ਦਰਸ਼ਨ ਦੇ ਕੇ ਤੇ ਬਹੁਤ ਛੇਤੀ ਇੱਥੋਂ ਚਲੇ ਗਏ। ਬੜੀ ਫੁਰਤੀ ਸੀ ਸਰੀਰ 'ਚ, ਸੈਨਿਕ ਸਰੀਰ ਵੀ ਸੀ, ਹਰ ਤਰ੍ਹਾਂ ਦੇ ਨਾਲ ਹੀ ਜਿਹੜੇ ਨੇ ਉਹ ਸਰਬ ਗੁਣ ਸੰਪੰਨ ਸਨ। ਇਸ ਤਰ੍ਹਾਂ ਇਹ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਦੀਵਾਲੀ ਦਾ ਇਹ ਪ੍ਰਸੰਗ ਹੈ ਸਤਿਗੁਰੂ ਜੀ ਦਾ, ਉਹ ਇਸ ਤਰ੍ਹਾਂ ਚੱਲਦਾ ਹੈ ਔਰ ਨਵੀਆਂ ਪੈੜਾਂ ਸਿਰਜਦਾ ਹੈ, ਨਵਾਂ ਇਤਿਹਾਸ। ਫਿਰ ਜਦੋਂ ਪੁਜਾਰੀ ਦੁਬਾਰਾ ਉਹਨਾਂ ਨਾਲ ਭੇਟ ਹੁੰਦੀ ਹੈ, ਜੋ ਬਾਹੋਵਾਲ ਜੀ ਨੇ ਲਿਖਿਆ, ਉਹ ਸਾਰੇ ਕਹਿੰਦੇ ਨੇ ਜੀ ਤੁਹਾਨੂੰ ਤਨਖਾਹ ਲੱਗੇਗੀ। ਤਾਂ ਸਤਿਗੁਰੂ ਜੀ ਕਹਿੰਦੇ ਕੋਈ ਚਤੁਰਵਿਦਾ ਜਿਹੜਾ ਚਾਰੇ ਕੰਨੀਆਂ ਸਾਫ ਜਿਹਦੀਆਂ ਹੋਣ, ਹੈ ਕੋਈ ਐਸਾ ਜਿਹੜਾ ਸਾਨੂੰ ਉਹਦੇ ਤੋਂ ਲਵਾ ਦਿਓ ਤਨਖਾਹ। ਉਹ ਕਹਿੰਦੇ ਜੀ ਅੱਜ ਤਾਂ ਨਹੀਂ, ਉਹ ਸਿੱਖ ਪਰਸੋਂ ਆਏਗਾ ਜਿਹੜਾ ਇਹੋ ਜਿਹਾ ਹੈ ਜਿਹਦੇ 'ਚ ਕੋਈ ਐਬ ਨਾ ਹੋਵੇ। ਤਾਂ ਫਿਰ ਸਤਿਗੁਰੂ ਜੀ ਕਹਿੰਦੇ ਕਾਮਨਾ ਦੇ ਮੰਗੀ ਤਲਵਾਰ, ਮੰਗੀ ਤਲਵਾਰ ਨਾਲ ਯੁੱਧ ਨਹੀਂ ਜਿੱਤੇ ਜਾਂਦੇ। ਤੇ ਇਹ ਵੀ ਫਿਰ ਆਖਿਆ ਸਮ ਬਗਲੇ ਕੇ ਸਭੀ ਪੁਜਾਰੀ, ਏਕ ਟਾਂਗ ਪਰ ਮਛਲੀ ਮਾਰੀ, ਤੁਮ ਰੱਖੋ ਕੌਡੀ ਕੀ ਯਾਰੀ। ਤੁਹਾਡੀ ਯਾਰੀ ਤਾਂ ਸਿਰਫ ਪੈਸੇ ਨਾਲ ਏ, ਸਿੱਖੀ ਨਾਲ ਤੁਹਾਡਾ ਪਿਆਰ ਨਹੀਂ। ਉੱਥੇ ਸਤਿਗੁਰੂ ਜੀ ਉਹਨਾਂ ਨੂੰ ਨਰੁੱਤਰ ਕਰਕੇ, ਹਰ ਤਰ੍ਹਾਂ ਨਾਲ ਲਾਜਵਾਬ ਕਰਕੇ ਅੰਮ੍ਰਿਤਸਰ ਸਾਹਿਬ ਦੀ ਇਸ ਦੀਵਾਲੀ ਦੇ ਮੌਕੇ 'ਤੇ ਸੰਗਤਾਂ ਦਾ ਉਧਾਰ ਕਰਦੇ ਹੋਏ, ਆਪਣੀ ਜਿਹੜੀ ਦੇਸ਼ ਆਜ਼ਾਦੀ ਦੀ ਲਹਿਰ ਸੀ ਉਹਨੂੰ ਬਲ ਦਿੰਦੇ ਹੋਏ, ਸਿੱਖ ਪ੍ਰਚਾਰ ਨੂੰ, ਮਾਸ, ਸ਼ਰਾਬ, ਕੁਕਰਮ, ਇਹਨਾਂ ਸਾਰੇ ਐਬਾਂ ਤੋਂ। ਕਾਦਰਾਬਾਦੀ ਜੀ ਲਿਖਦੇ ਨੇ ਅਮੀਰਾ ਸਚਾਖ ਬੇ ਕੋ ਸ਼ੋਭ ਮਤ ਭਾਖ ਬੇ ਕੋ ਪੰਥ ਸੋ ਸਜਾਏ ਹੈ, ਮੇਰੀ ਨਵੋਂ ਭਈਆ ਆਹੇ ਜੱਸਾ ਸਿੰਘ ਜਈਆ, ਸਿੰਘ ਤੇਜ ਕੇ ਵਡਈਆ, ਗੁਰੂ ਰਾਮ ਸਿੰਘ ਰਾਏ ਹੈ। ਧੰਨਵਾਦ। ਸਤਿ ਸ੍ਰੀ ਅਕਾਲ।